Good day, students. Today we are going to start with the first chapter of plus 2, that is the electrostatics. The word electrostatics is derived from two words. Electro that means electrons, and static means charges which are at rest only. So basically we have got two kinds of charges. दो तरह के साढ़े को charges ने, एक positive charge और एक negative charge. So you can call these charges as east west, south west, जो भी कह सकते हो. Why we have taken them as positive or negative? That is simply because of one reason ਕਿ ਇਹਨਾਂ ਦੀ ਕੁਝ ਪ੍ਰੋਪਰਟੀ ਜਿਹੜੀ ਆਪਾਂ ਅੱਗੇ ਜਾ ਕੇ ਪੜਾਂਗੇ ਉਹ ਸ਼ੋ ਕਰਦੇ ਆ ਕਿ ਇਹਨਾਂ ਦੀ ਐਡੀਟਿਵ ਨੇਚਰ ਆ ਜਾਂਦੀ ਹੈ. ਸੋ देयर आर ਸਮ ਐਕਸਪੈਰੀਮੈਂਟਲ ਵੈਰੀਫਿਕੇਸ਼ਨ. ਚਾਰजेस ਜਨਰੇਟ ਕਿੱਦਾਂ ਹੁੰਦੇ ਨੇ? ਚਾਰजेस ਆਰ ਜਨਰੇਟਡ ਚਾਰਜਿੰਗ ਬਾਈ ਦੀ ਬਾਡੀ, ਦੈਟ ਇਜ਼ ਬਾਈ ਦੀ ਫ੍ਰਿਕਸ਼ਨਲ. ਸੋ ਕਦੀ ਵਾਰੀ ਅਸੀਂ ਇਹਨਾਂ ਨੂੰ ਕਹਿ ਦਿੰਦੇ ਆ ਫ੍ਰਿਕਸ਼ਨਲ ਇਲੈਕਟ੍ਰਿਸਿਟੀ ਵੀ ਕਹਿ ਦਿੰਦੇ ਆ. ਸੋ ਫ੍ਰਿਕਸ਼ਨ ਚ ਅਸੀਂ ਕਰਦੇ ਹਾਂ, ਲੈਟਸ ਸੇ ਯੂ ਹੈਵ ਅ ਆਬਜੈਕਟ A, ਕੋਈ ਆਬਜੈਕਟ A ਲੈ ਲਓ, ਅਸੀਂ ਉਹਨੂੰ ਆਬਜੈਕਟ B ਦੇ ਨਾਲ ਅਸੀਂ ਰਬ ਕਰਦੇ ਹਾਂ. ਦੋਨੋਂ ਬਾਡੀਜ਼ ਦੇ ਵਰ ਸੈਪਰੇਟਡ ਫਰਮ ਈਚ ਅਦਰ, ਪਰ ਜਦੋਂ ਅਸੀਂ ਦੋਨੋਂ ਬਾਡੀਜ਼ ਨੂੰ ਰਬ ਕਰਦੇ ਹਾਂ ਔਰ ਰਬ ਕਰਨ ਤੋਂ ਬਾਅਦ ਦੁਬਾਰਾ ਅਸੀਂ ਇੱਕ ਦੂਸਰੇ ਦੇ ਕੋਲ ਲੈ ਕੇ ਆਉਂਦੇ ਹਾਂ, ਅਸੀਂ ਦੇਖਦੇ ਹਾਂ ਕਿ ਦੋਨਾਂ ਦੇ ਵਿੱਚ ਇੱਕ ਇੰਟਰੈਕਸ਼ਨ ਸਟਾਰਟ ਹੋ ਗਈ. ਇੰਟਰੈਕਸ਼ਨ ਮੀਨਸ ਦੋਨਾਂ ਦੇ ਵਿੱਚ ਇੱਕ ਅਟਰੈਕਸ਼ਨ ਸਟਾਰਟ ਹੋ ਗਈ. ਦੇ ਸਟਾਰਟ ਅਟਰੈਕਟਿੰਗ ਈਚ ਅਦਰ. ਇੱਥੇ ਕੁਝ ਚਾਰजेस ਡਿਵੈਲਪ ਹੋ ਗਏ ਨੇ. ਅਸੀਂ ਦੇਖਿਆ, ਐਕਸਪੈਰੀਮੈਂਟਲੀ ਚੈੱਕ ਕੀਤਾ ਕਿ ਇੱਥੋਂ ਕੁਝ ਚਾਰजेस ਦੈਟ ਇਜ਼ ਇਲੈਕਟ੍ਰॉन्स ਦੇ ਹੈਵ ਫਲੋਨ ਹੇਅਰ. मूव करना, इतने साढ़े को पॉजिटिव चार्ज डिवेलप हो गया और इस बॉडी पे नेगेटिव चार्ज आ गया साढ़े को. सो पॉजिटिव एंड नेगेटिव चार्ज दे अट्रैक्ट ईच अदर एंड विद द रिजल्ट इन्हों दे विच इंटरैक्शन चालू हो गई. नाउ ये जी इंटरैक्शन है, अट्रैक्शन दैट इज गवर्नड बाय अ लॉ, दैट इज कॉल्ड कूलम्स लॉ, जो असी डिटेल दे विच अपने नैक्सट सैशन च पढ़ांगे. दूसरा जिहड़े साडे कोल चार्जेस डिवेलप होए ने, ये चार्जेस बॉडी बी ने चार्जेस अब्जॉर्ब क्यों कीते, नैगेटिव चार्ज क्यों अब्जॉर्ब किया और ए दे उत्ते पॉजिटिव चार्ज क्यों आया. ये डिपेंड किस चीज़ पर करता है? ये डिपेंड करता पाया कि जिहड़ी बॉडी ए और बी है उन्होंने नेचर पर डिपेंड करता है. ਉਹਦੇ ਵਾਸਤੇ ਸਾਡੇ ਕੋਲ ਇੱਕ ਵਰਡ ਆਉਂਦਾ ਦੈਟ ਇਜ਼ ਕਾਲਡ ਦੀ ਵਰਕ ਫੰਕਸ਼ਨ. ਬੋਡੀ ਏ ਦਾ ਵਰਕ ਫੰਕਸ਼ਨ ਡਿਫਰੈਂਟ ਹੈ, ਬੋਡੀ ਬੀ ਦਾ ਵਰਕ ਫੰਕਸ਼ਨ ਡਿਫਰੈਂਟ ਹੈ. ਸੋ ਦੈਟ ਮੀਨਸ ਇੱਥੋਂ ਕੁਝ ਇਲੈਕਟ੍ਰੋਨ ਬਹੁਤ ਈਜ਼ੀਲੀ ਰਿਮੂਵ ਹੋ ਕੇ ਬੀ ਵੱਲ ਸ਼ਿਫਟ ਕਰ ਗਏ ਔਰ ਬੀ ਨੇ ਬੜੀ ਈਜ਼ੀਲੀ ਉਹਨੂੰ ਉਸ ਇਲੈਕਟ੍ਰੋਨਸ ਨੂੰ ਆਪਣੇ ਸਟਰਕਚਰ ਵਿੱਚ ਅਬਜ਼ੌਰਬ ਕਰ ਲਿਆ. ਇਸ ਕਰਕੇ ਜਿੰਨਾ ਪੋਜ਼ਿਟਿਵ ਚਾਰਜ ਇੱਥੇ ਡਿਵੈਲਪ ਹੋਇਆ ਉਨਾ ਹੀ ਇਕੁਇਲੈਂਟ ਨੈਗੇਟਿਵ ਚਾਰਜ ਇੱਥੇ ਡਿਵੈਲਪ ਹੋ ਗਿਆ. ਫਿਰ ਅਸੀਂ ਕੁਝ ਹੋਰ ਬੋਡੀਜ਼ ਲੈ ਲਈਆਂ ਤਾਂ ਇੱਕ ਹੋਰ ਬੋਡੀ ਏ सेम बॉडीज बी ਨੂੰ ਅਸੀਂ ਦੁਬਾਰਾ ਰਬ ਕੀਤਾ ਔਰ ਥੋੜੀ ਦੇਰ ਬਾਅਦ ਦੇਖਿਆ ਇੱਥੇ ਪੋਜ਼ਿਟਿਵ ਚਾਰਜ ਇੱਥੇ ਵੀ ਨੈਗੇਟਿਵ ਚਾਰਜ ਆ ਗਏ. ਜਦੋਂ ਅਸੀਂ ਇਸ ਬੋਡੀ ਏ ਨੂੰ ਇਸ ਬੋਡੀ ਏ ਦੇ ਨਜ਼ਦੀਕ ਲੈ ਕੇ ਜਾਂਦੇ ਆ ਤੇ ਸਾਡੇ ਕੋਲ ਰਿਪਲਸ਼ਨ ਸਟਾਰਟ ਹੋ ਜਾਂਦੀ ਹੈ. ਔਰ ਉਸ ਤੋਂ ਬਾਅਦ ਕੀ ਹੈ ਕਿ ਸਾਡੇ ਕੋਲ ਇਹ ਨੈਗੇਟਿਵ ਔਰ ਨੈਗੇਟਿਵ ਇਹਦੇ 'ਚ ਵੀ ਰਿਪਲਸ਼ਨ ਸਟਾਰਟ ਹੋ ਗਏ ਕਿ ਸਾਡੇ ਕੋਲ ਜਦੋਂ ਚਾਰजेस ਅਸੀਂ ਰਬ ਕਰਦੇ ਹਾਂ ਦੋ ਬੋਡੀਜ਼ ਜੋ ਚਾਰਜ ਜਨਰੇਟ ਕਰਦੀਆਂ, ਲਾਈਕ ਚਾਰजेस ਰਿਪੈਲ ਈਚ ਅਦਰ ਐਂਡ ਅਨਲਾਈਕ ਚਾਰजेस ਅਟਰੈਕਟ ਈਚ ਅਦਰ. दूसरा, दोनों बॉडीज जिन्ना जिन्ना से डिस्टेंस इंक्रीज करते जावांगे इन्होंने दोनों की इंटरैक्शन वो घटती जाएगी, यानी कि फोर्स का इफेक्ट घटता जाएगा, चाहे वो अट्रैक्शन है चाहे वो रिपल्शन है. हुण असीं डिस्कस करांगे मैथड ऑफ चार्जिंग, किस मैथड नाल असीं दो बॉडीज नूं चार्ज कर सकते हैं. सो वन मैथड इज सिंपली बाय फ्रिक्शन, दूसरा मैथड है साडे कोल इंडक्शन दे नाल. इंडक्शन मीनस इंड्यूस करना किसी चीज़ नूं, कोई प्रॉपर्टी नूं इंड्यूस करना विदाउट कंटैक्ट. ਹੁਣ ਅਸੀਂ ਡਿਸਕਸ ਕਰਾਂਗੇ ਇੰਡਕਸ਼ਨ. ਲੈਟ ਅਸ ਸੇ ਆਪਾਂ ਕਿਸੇ ਮੈਥਡ ਦੇ ਨਾਲ ਕਿਸੇ ਇੱਕ ਬਾਡੀ ਨੂੰ ਅਸੀਂ ਚਾਰਜ ਕਰਨਾ. ਸੋ ਇਹ ਕੀ ਚੀਜ਼ ਹੈ? ਦਿਸ ਇਜ਼ ਅ ਇਨਸੂਲੇਟਡ ਸਟੈਂਡ, ਠੀਕ ਹੈ, ਐਂਡ ਦਿਸ ਇਜ਼ ਪਿਓਰ ਕੰਡਕਟਰ. ਅਸੀਂ ਕੀਤਾ ਹੈ ਕੋਈ ਬਾਡੀ ਏ ਜਿੱਤੇ ਆਲਰੇਡੀ ਪੋਜ਼ਿਟਿਵ ਚਾਰਜ ਹੈ, ਅਸੀਂ ਬਿਲਕੁਲ ਇਹਦੀ ਵਿਸਿਨਿਟੀ 'ਚ ਲਾਗੇ ਲੈ ਕੇ ਆਉਂਦੇ. ਦਿਸ ਬਾਡੀ ਇਜ਼ ਨਿਊਟਰਲ, ਯਾਨੀ ਕਿ ਟੋਟਲ ਨੰਬਰ ਆਫ ਇਲੈਕਟ੍ਰॉन्स ਔਰ ਪ੍ਰੋਟੋਨਸ ਦੇ ਆਰ ਬੈਲੈਂਸਡ. ਸੋ ਇੱਥੇ ਕੀ ਨੈਟ ਚਾਰਜ ਕੀ ਹੈ? 0. ਅਸੀਂ ਦੇਖਿਆ ਕਿ ਇੱਧਰਲੇ ਪਾਸੇ नेगेटिव चार्ज डिवेलप हो गया और इधरले पासे पॉजिटिव चार्ज डिवेलप हो गया. अगेन टोटल सम इतने फिर 0 रहा साडे को. हुण असीं कीता, दिस इज स्टैप 1. स्टैप 2 च असीं की करांगे, इस बॉडी नूं असीं अर्थिंग करांगे. असीं कीता इस बॉडी दी अर्थिंग करदे सी. हुण लेट्स अंडरस्टैंड व्हाट इज अर्थ. इट इज सच अ बिग रिजर्वायर ऑफ इलैक्ट्रॉन्स कि इत्थों असीं बहुत सारे इलैक्ट्रॉन्स कढ भी लईए या बहुत सारे इलैक्ट्रॉन्स असीं दोबारा इत्थे एडजस्ट भी कर दिए तो टोटल चार्ज ऑन द अर्थ रिमेन्स दी सेम, दैट इज एब्सोल्युटली न्यूट्रल. सो इफ इट इज न्यूट्रल व्हाट इज गोइंग टू हैपन? इस केस की होएगा, इलैक्ट्रॉन्स फ्रॉम द अर्थ दे विल फ्लो अप, ये ऊपर फ्लो करके इस वाले पोर्शन में न्यूट्रलाइज करेंगे. और एक चीज़ याद रखना, इन केस ऑफ सॉलिड्स इट इज ओनली द इलैक्ट्रॉन्स विच आर फ्री टू मूव, नॉट द पॉजिटिव चार्ज. क्यों नहीं पॉजिटिव चार्ज मूव करता? बिकॉज किसी स्ट्रक्चर दे विच पॉजिटिव चार्ज इज कन्फाइंड ओनली इनसाइड द न्यूक्लियस and electrons are on its vicinity, बिल्कुल बाहरले पासे ने. so these are the free charge. ਜਦੋਂ ਅਸੀਂ ਰਬਿੰਗ ਕਰਦੇ ਹਾਂ, ਠੀਕ ਹੈ, ਜਾਂ ਇੰਡਕਸ਼ਨ ਕਰਦੇ ਹਾਂ, ਇਹ ਵਾਲੇ ਇਲੈਕਟ੍ਰॉन्स ਪਹਿਲਾਂ ਇਫੈਕਟ ਹੋ ਕੇ ਮੂਵ ਕਰਦੇ ਨੇ. ਸੋ ਇਲੈਕਟ੍ਰॉन्स ਹੀ ਮੂਵ ਕਰਨਗੇ. ਦੂਸਰਾ, what about these electron? ਇਹ ਜਿਹੜਾ ਨੈਗੇਟਿਵ ਚਾਰਜ ਹੈ ਕਿਉਂ ਨਹੀਂ ਮੂਵ ਕਰਦਾ? ਇਹ ਇਸ ਕਰਕੇ ਮੂਵ ਨਹੀਂ ਕਰੇਗਾ, ਇਹਨੂੰ ਕੀ ਕੀਤਾ ਪੋਜ਼ਿਟਿਵ ਰੋਡ ਨੇ ਆਪਣੇ ਨਾਲ
ਅਟਰੈਕਟਿਵ ਫੋਰਸ ਰੱਖਿਆ। ਸੋ ਇਹਦੀ ਅਸੀਂ ਵਰਡਿੰਗ ਯੂਜ਼ ਕਰਾਂਗੇ, ਦੇ ਆਰ ਬਾਉਂਡ ਚਾਰजेस। ਸੋ ਇਹਦਾ ਮਤਲਬ ਹੈ ਇਲੈਕਟ੍ਰॉन्स ਵਿਲ ਮੂਵ ਫਰਮ ਦੀ ਅਰਥ, ਇੱਥੋਂ ਨਿਊਟਰਲਾਈਜ਼ ਕਰਨਗੇ। ਸੋ ਦੈਟ ਮੀਨਸ ਥੋੜੀ ਦੇਰ ਬਾਅਦ ਕੀ ਹੋਏਗਾ, ਦਿਸ ਪੋਰਸ਼ਨ ਵਿਲ ਬੀ ਵੈਨਿਸ਼ਡ। ਫਿਰ ਅਸੀਂ ਕੀਤਾ ਅਰਥ ਨੂੰ ਰਿਮੂਵ ਕਰਤਾ। ਨਾਓ ਯੂ ਹੈਵ ਦੀ ਸੇਮ ਸਿਚੁਏਸ਼ਨ ਕੀ ਆ ਗਈ, ਜਦ ਤੱਕ ਇਹ ਰੋਡ ਇੱਥੋਂ ਰਿਮੂਵ ਨਹੀਂ ਹੋਏਗੀ ਨੈਗੇਟਿਵ ਚਾਰਜ ਇੱਥੇ ਰਹੇਗਾ। ਅਸੀਂ ਕੀਤਾ ਹੁਣ ਥਰਡ ਸਟੈਪ ਦੇ ਵਿੱਚ, ਅਸੀਂ ਇਹ ਪੋਜ਼ਿਟਿਵ ਦੀ ਰੋਡ ਰਿਮੂਵ ਕਰਤੀ। ਵੈਨ ਯੂ ਰਿਮੂਵ ਦਿਸ ਰੋਡ ਵਾਟ ਇਜ਼ ਗੋਇੰਗ ਟੂ ਹੈਪਨ, ਜਿੰਨੇ ਇਲੈਕਟ੍ਰॉन्स ਇਸ ਪੋਜ਼ਿਟਿਵ ਰੋਡ ਕਰਕੇ ਇੱਥੇ ਬਾਉਂਡ ਸੀ, ਥੋੜੀ ਦੇਰ ਬਾਅਦ ਉਹ ਸਾਰੇ ਦੇ ਸਾਰੇ ਇਲੈਕਟ੍ਰॉन्स ਇੱਥੇ ਫਲੋ ਕਰ ਗਏ। ਸੋ ਜਸਟ ਰਿਵਿਊ ਦੀ ਸਟੈਪ। ਦੇਖੋ ਅਸੀਂ ਕੀਤਾ ਕੀ, ਪਹਿਲਾਂ ਪੋਜ਼ਿਟਿਵ ਰੋਡ ਲੈ ਲਈ, ਠੀਕ ਹੈ, ਕੰਡਕਟਰ ਦੇ ਕੋਲ ਲਿਆਂਦੀ, ਇੱਥੇ ਚਾਰजेस ਇੰਡਿਊਸ ਹੋ ਗਏ। ਵਰਡ ਇੰਡਿਊਸ ਮੀਨਸ ਦੇਖੋ ਅਸੀਂ ਕੰਟੈਕਟ ਕੋਈ ਨਹੀਂ ਕੀਤਾ, ਦਿਸ ਨੋ ਕੰਟੈਕਟ ਇਜ਼ देयर, ਤੇ ਚਾਰਜ ਇੱਥੇ ਇੰਡਿਊਸ ਹੋ ਗਏ। ਇੱਥੇ ਕੀਤਾ ਅਰਥਿੰਗ ਕੀਤੀ, ਅਰਥਿੰਗ ਕਰਨਾ ਕੀ ਹੋਇਆ, ਪੋਜ਼ਿਟਿਵ ਚਾਰਜ ਰਿਮੂਵ ਹੋ ਗਿਆ ਔਰ ਇਹ ਨੈਗੇਟਿਵ ਚਾਰਜ ਇੱਥੇ ਬਾਉਂਡ ਨੇ, ਦੇ ਆਰ ਨਾਟ ਏਬਲ ਟੂ ਮੂਵ। ਥਰਡ ਸਟੈਪ 'ਚ ਕੀ ਕੀਤਾ ਅਸੀਂ, ਇਮੀਡੀਏਟਲੀ ਰੋਡ ਨੂੰ ਰਿਮੂਵ ਕੀਤਾ, ਚਾਰਜ ਹੋ ਗਿਆ। ਸੋ ਤੁਸੀਂ ਦੇਖੋ ਕੀ ਕੀਤਾ, ਜਸਟ ਵਿਦ ਅ ਪੋਜ਼ਿਟਿਵ ਰੋਡ ਵੀ ਹੈਵ ਚਾਰਜ ਦੀ ਕੰਡਕਟਰ ਐਜ਼ ਏ ਕੰਪਲੀਟਲੀ ਐਜ਼ ਏ ਨੈਗੇਟਿਵ ਇਜ਼ देयर। ਹੁਣ ਤੁਹਾਡਾ ਹੋਮਵਰਕ ਕੀ ਹੈ, ਨੈਗੇਟਿਵ ਰੋਡ ਦੇ ਨਾਲ ਟਰਾਈ ਕਰਕੇ ਦੇਖੋ ਕਿ ਹੋਲ ਆਫ ਦੇ ਸਟਰਕਚਰ ਨੂੰ ਅਸੀਂ ਪੋਜ਼ਿਟਿਵ ਕਿੱਦਾਂ ਚਾਰਜ ਕਰਾਂਗੇ।